Like the video, subscribe to the channel and press the bell icon for latest video updates. ਜਿਹੜਾ ਉਹ ਸਾਰੀ ਚੀਜ਼ ਜਿਹੜੀ ਤੁਸੀਂ ਗੱਲ ਆਖ ਰਹੇ ਹੋ ਇਹ ਜਿਹੜਾ ਵੀ ਵਿਅਕਤੀ ਹੈ ਸੋਚਦਾ ਅੱਗੇ ਵੀ ਕਿ ਮੈਂ ਦੁਖੀ ਹਾਂ, ਉਹ ਅਰਜਨ ਆ। ਅਰਜਨ ਇੱਕ ਵਿਚਾਰਵਾਨ ਵਿਅਕਤੀ ਆ। ਹੁਣ ਕਹਾਣੀ ਕਿੱਥੇ ਕਾ ਕੇ ਖੜਦੀ ਹੈਗੀ ਆ ਕਿ ਜੇ ਬਹੁਤੇ ਲੋਕਾਂ ਨੂੰ ਜਿਨ੍ਹਾਂ ਨੂੰ ਦੁੱਖ ਨਹੀਂ ਮਹਿਸੂਸ ਹੁੰਦਾ ਉਹ ਵਿਚਾਰਹੀਣ ਨੇ। ਉਹ ਅੱਛਾ ਜਿਹੜੇ ਦੁੱਖ ਨਹੀਂ ਫੀਲ ਕਰਦੇ ਇਹਦਾ ਮਤਲਬ ਵਿਚਾਰਹੀਣ ਹੈ। ਵਿਚਾਰਹੀਣ ਜੜ ਬੁੱਧੀ ਹੈ। ਸਮਝ ਗਏ। ਅਨਫੋਰਚੂਨੇਟਲੀ ਜਿਹੜੇ ਕਿ 5% ਵਿਚਾਰਵਾਨ ਜਿਨ੍ਹਾਂ ਨੂੰ ਅਸੀਂ ਇੰਟੈਲੈਕਚੁਅਲਸ ਕਹਿੰਦੇ, ਇੰਟੈਲੈਕਚੁਅਲਸ ਆਫ ਦਾ ਸੋਸਾਇਟੀ ਵੀ ਕਹਿੰਦੇ ਹੈਗੇ ਆ, ਉਹਨਾਂ 'ਚ ਕੋਮਲ ਕਲਾਕਾਰ ਵੀ ਹਨ। ਮੈਂ ਪਿਛਲੀ ਵਾਰ ਵੀ ਇਸ ਚੀਜ਼ ਨੂੰ ਮੈਂਸ਼ਨ ਕੀਤਾ ਸੀਗਾ। ਉਹ ਵੀ ਲੋਕ ਅੰਡਰ ਦਾ ਇਨਫਲੂਐਂਸ ਆਫ ਦਿਸ ਪਰਸਨਲ ਕੰਡੀਸ਼ਨਿੰਗ, ਉਹ ਵੀ ਮਨ ਦੇ ਇਸ ਦਵੰਦ ਤੋਂ, ਇਸ ਸ਼ਬਦ ਤੋਂ, ਇਸ ਵਿਚਾਰ ਤੋਂ ਪਾਰ ਜਾਣ ਦਾ ਰਸਤਾ ਹੀ ਨਹੀਂ ਇਖਤਿਆਰ ਕਰਦੇ। ਦਰਸ਼ਕੋ, ਸਾਡੇ ਸਮਾਜ ਵਿੱਚ ਐਂਗੁਇਸ਼, ਦੁੱਖ, ਤਕਲੀਫਾਂ ਬੜੀਆਂ ਸਮਾਜ ਵਿੱਚ ਮਿਲਦੀਆਂ ਹੈਗੀਆਂ। ਐਪਰੈਂਟਲੀ ਲੋਕ ਵੀ ਬੜੇ ਖੁਸ਼ ਨਜ਼ਰ ਆਉਂਦੇ ਹੈਗੇ ਆ। ਇਹ ਐਂਗੁਇਸ਼, ਦੁੱਖ, ਤਕਲੀਫਾਂ ਕਿਉਂ ਹੈਗੀ ਆ, ਇਹਦਾ ਅਸੀਂ ਨਜ਼ਰੀਏ 'ਤੇ ਗੱਲਬਾਤ ਕਰਾਂਗੇ। ਸਾਡੇ ਨਾਲ ਜੁੜੇ ਨੇ ਡਾਕਟਰ ਜਸਵੀਰ ਸਿੰਘ ਦੋਸਾਂਝ, ਜੋ ਕਿ ਬੇਸਿਕਲੀ MD ਸਕਿਨ ਸਪੈਸ਼ਲਿਸਟ ਹੈਗੇ ਆ, ਔਰ ਬਹੁਤ ਹੀ ਅੱਛੇ ਸਪਿਰਿਚੁਅਲ ਗੱਲਾਂ ਅਸੀਂ ਉਹਨਾਂ ਨਾਲ ਵੱਖ-ਵੱਖ ਟੌਪਿਕਸ 'ਤੇ ਕਰੀਦੀਆਂ। डॉक्टर साहब, साढ़े प्रोग्राम से बहुत बहुत स्वागत है। आप सबके भीतर शिव प्रकाश मनजोत को मेरा प्रणाम। डॉक्टर साहब, एपरेंटली दुनिया गोल गप्पे, चाट, सिनेमा पता नहीं किथे किथे लगता है भी बड़े इंजॉय कर रहे हैगे आ, पर जदों तुसी किसी नूं थोड़ा जिहा अंदरों चैक करो क्रोधो तो फिर वो लगता है कहता जी ये नाल दा तो कोई दुखी नहीं हैगा। ये एंगुइश, दुख, तकलीफ, वेदना ਇਹ ਕੀ ਕਿਉਂ ਹੈਗਾ, ਇਹਦੇ ਬਾਰੇ ਕੀ ਕਹਿਣਾ ਚਾਹੁੰਦੇ ਆ? ਪਰ ਸਾਹਿਬ, ਪਿਛਲੇ ਹਕਾਰਾ ਟਾਈਮਸ ਵਿੱਚ ਜੋ ਐਪੀਸੋਡ ਸੀ, ਹਾਂਜੀ, ਉਹਦਾ ਹੈਡਿੰਗ ਹੀ ਇਹ ਸੀ, ਅੰਡਰਸਟੈਂਡਿੰਗ ਐਂਗੁਇਸ਼ ਇਨ ਲਾਈਫ, ਹਾਂਜੀ, ਦੈਟਸ ਮਾਈਂਡ। ਹਾਂਜੀ, ਤੁਸੀਂ ਜੋ ਇਸ ਪ੍ਰਤੀ ਇਹ ਜੋ ਸਵਾਲ ਪੁੱਟ ਕੀਤਾ, ਮੇਰਾ ਖਿਆਲ ਹੈ ਕਿ ਦੁੱਖ ਨੂੰ ਬਹੁਤੇ ਲੋਕ ਮਹਿਸੂਸ ਹੀ ਨਹੀਂ ਕਰਦੇ। ਅੱਛਾ ਜੀ। ਇਵੇਂ ਲੱਗ ਰਿਹਾ ਕਿ ਐਵਰੀਬਾਡੀ ਇਜ਼ ਹੈਪੀ। ਤੁਸੀਂ ਹੁਣ ਬਾਹਰ ਨਿਗਾਹ ਮਾਰੋ, ਬਾਜ਼ਾਰ ਦੇ ਵਿੱਚ ਵੱਡੀਆਂ ਵੱਡੀਆਂ ਕਾਰਾਂ ਨੇ, ਵੱਡੇ ਵੱਡੇ ਉਹਨਾਂ 'ਤੇ ਅੱਜ ਕੱਲ੍ਹ ਝੰਡੇ ਵੀ ਲੱਗੇ ਹੋਏ ਨੇ, ਐਂਡ ਭੀੜ ਭੜੱਕਾ ਸਾਰੇ ਮਾਡਰਨ ਵਹੀਕਲ ਦਾ, ਮਾਡਰਨ ਮਾਲਸ ਦਾ, ਮਾਲ 'ਚ ਪਿਆ ਹੋਇਆ ਸਮਾਨ ਦੇਖ ਲਵੋ। ਉਹਨਾਂ ਹੁਣ ਤਾਂ ਚਲੋ ਕਰੋਨਾ ਕਰਕੇ ਕੁਛ ਕੰਮ ਮੱਠਾ ਪੈ ਗਿਆ, ਮਾਡਰਨ ਕੱਪੜੇ, ਮਾਡਰਨ ਖਾਣਾ, ਮੌਜਾਂ ਲੱਗੀਆਂ। ਜਿਸ ਪ੍ਰਕਾਰ ਦੇ ਸਾਨੂੰ ਬਾਜ਼ਾਰਾਂ ਦੇ ਵਿੱਚ ਇਹ ਜੋ ਕੁਛ ਵੀ ਵਾਤਾਵਰਨ ਦੇਖਣ ਨੂੰ ਮਿਲ ਰਿਹਾ, ਉਸ ਤੋਂ ਤਾਂ ਹਰ ਵਿਅਕਤੀ ਇਹੀ ਕਹੇਗਾ ਕਿ ਵੀ ਡਾਕਟਰ ਦੋਸਾਂਝ, ਤੂੰ ਕਿਹੜੇ ਐਂਗੁਇਸ਼ ਦੀ ਗੱਲ ਕਰ ਰਿਹਾ? ਹਾਂਜੀ, ਐਵਰੀਬਾਡੀ ਇਜ਼ ਹੈਪੀ। ਤੇ ਤੂੰ ਬਈ ਜਦੋਂ ਦਾ ਹਰਕਾਰਾ ਕੱਢ ਰਿਹਾ ਉਦੋਂ ਦਾ ਵੀ ਤੂੰ ਇੱਕੋ ਲਫ਼ਜ਼ ਫੜੀ ਹੋਈ ਹੈਗੀ ਆ ਭਗਵਾਨ ਬੁੱਧ ਦੀ ਕਿ ਜੀਵਨ ਦੁੱਖ ਹੈ, ਜੀਵਨ ਦੁੱਖ ਹੈ, ਜੀਵਨ ਦੁੱਖ। ਕਿਤਾਬਾਂ ਵੀ ਤੇਰੀਆਂ ਸਾਰੀਆਂ ਜੇ ਆਈਆਂ ਹੈਗੀਆਂ, ਉਹਦੇ ਤੂੰ ਕਹਿਣਾ ਦੁੱਖ ਸੁੱਖ ਤੋਂ ਨਿਜਾਤ, ਲਿਬਰੇਸ਼ਨ ਆਫ ਮੈਨ, ਉਹਦੇ ਵਿੱਚ ਵੀ ਇਹੀ ਕਹਿਣਾ ਕਿ ਲਿਬਰੇਸ਼ਨ, ਦੁੱਖ ਤੋਂ ਕਿਵੇਂ ਲਿਬਰੇਸ਼ਨ ਮਿਲੇ। ਹਾਂਜੀ। ਤੋ ਬਈ ਸਾਨੂੰ ਤਾਂ ਐਵੇਂ ਲੱਗਣ ਡਿਆ ਕਿ ਕੋਈ ਵਿਅਕਤੀ ਦੁਖੀ ਹੈ ਹੀ ਨਹੀਂ। ਕਿਸ ਪ੍ਰਕਾਰ ਦਾ ਤੁਹਾਡਾ ਇਹ ਐਪੀਸੋਡ ਹੈ? ਹਾਂਜੀ, ਕਿ ਅੰਡਰਸਟੈਂਡਿੰਗ ਦਿਸ ਐਂਗੁਇਸ਼। ਹਾਂਜੀ। ਪਰ ਸਾਹਿਬ, ਇਹ ਪ੍ਰੋਬਲਮ ਤੁਹਾਡਾ, ਇਹ ਸਵਾਲ ਤੁਹਾਡਾ ਬਹੁਤ ਵਾਜਬ ਆ। ਹਾਂਜੀ। ਉਹ ਵਾਜਬ ਇਸ ਕਰਕੇ ਹੈਗਾ ਕਿ ਤੁਸੀਂ ਹੁਣ ਨੋਟ ਕਰੋ ਕਿ ਅਸੀਂ, ਸਾਡੇ ਭਾਰਤੀ ਜੋ ਸਨਾਤਨ ਦਰਸ਼ਨ ਹੈ, ਭਾਰਤੀ ਦਰਸ਼ਨ ਜੋ ਹੈ, ਉਹਦੇ ਵਿੱਚ ਸਾਨੂੰ ਬਹੁਤੀਆਂ ਚੀਜ਼ਾਂ ਸੰਕੇਤਕ ਨੇ, ਸਿੰਬੋਲਿਕ ਨੇ। ਹਾਂਜੀ। ਇਸ਼ਾਰਿਆਂ 'ਚ ਸਾਨੂੰ ਸਮਝਾਇਆ ਗਿਆ। ਸਮਾਜ ਵੀ ਤੇ ਅਧਿਆਤਮ ਵੀ ਤੇ ਧਰਮ ਵੀ, ਉਹਦੀ ਵਿਆਖਿਆ ਇਸ਼ਾਰਿਆਂ 'ਚ ਹੈ। ਫੋਰ ਐਗਜ਼ਾਮਪਲ ਕਿ ਅਸੀਂ ਹੁਣ ਲੈ ਲੈਂਦੇ ਹੈਗੇ ਆ ਆਪਣੀ ਮਹਾਭਾਰਤ। ਸਾਨੂੰ ਇੱਦਾਂ ਲੱਗਦਾ ਹੈ ਕਿ ਕਦੇ ਮਹਾਭਾਰਤ ਅੱਜ ਤੋਂ 5000 ਸਾਲ ਪਹਿਲਾਂ ਹੋਈ ਸੀ, ਪਰ ਸਿੰਬੋਲਿਜ਼ਮ, ਮੈਟਾਫਰ, ਸਿੰਬਲ ਇਹ ਹੈਗਾ, ਸੰਕੇਤ ਇਹ ਹੈਗਾ ਕਿ ਮਹਾਭਾਰਤ ਤਾਂ ਅੱਜ ਵੀ ਹੋ ਰਹੀ ਆ। ਬਿਲਕੁਲ ਹੋ ਰਹੀ ਹੈ, ਹਰ ਸਟੇਜ 'ਤੇ ਹੋ ਰਹੀ ਹੈ। ਮਹਾਭਾਰਤ ਕੋਈ ਵੱਖਰੇ ਸਮਾਜਿਕ ਦਾਇਰੇ ਵਿੱਚ ਨਹੀਂ ਹੋ ਰਹੀ, ਮਨੁੱਖੀ ਮਨ ਦੇ ਫੀਲਡ ਵਿੱਚ ਤਾਂ ਮਹਾਭਾਰਤ ਜ਼ਬਰਦਸਤ ਹੋ ਰਹੀ ਹੈ। ਬਿਲਕੁਲ ਠੀਕ ਹੈ। ਸੋ
ਆਪਾਂ ਉਸੇ ਚੀਜ਼ ਨੂੰ ਲੈਂਦੇ ਆ। ਐਂਗੁਸ਼ ਤੋਂ ਬਾਅਦ ਨਹੀਂ ਮੈਂ ਜਾਵਾਂਗਾ। ਮਹਾਭਾਰਤ ਨੂੰ ਲੈਂਦੇ ਆ ਕਿ ਮਨੁੱਖੀ ਮਨ ਇਹਦਾ ਬੇਸ ਹੈ ਇਸ ਮਹਾਭਾਰਤ ਦਾ। ਭਗਵਾਨ ਕ੍ਰਿਸ਼ਨ ਵੇਲੇ ਦੀ ਵੀ ਮਹਾਭਾਰਤ ਨੂੰ ਤੁਸੀਂ ਲੈ ਲਓ, ਲੱਖਾਂ ਹੀ ਤਾਦਾਦ 'ਚ ਫੌਜਾਂ ਖੜੀਆਂ ਸਾਹਮਣੇ, ਲੱਖਾਂ ਹੀ ਤਾਦਾਦ 'ਚ ਫੌਜਾਂ ਖੜੀਆਂ ਪਿੱਛੇ, ਸੈਂਟਰ ਦੇ ਵਿੱਚ ਖੜਾ ਜਾ ਕੇ ਰੱਥ ਕ੍ਰਿਸ਼ਨ ਦਾ ਤੇ ਅਰਜਨ ਦਾ। ਐਂਡ ਉਹਦੇ ਵਿੱਚੋਂ ਇੱਕ ਬਹੁਤ ਹੀ ਮਨੁੱਖੀ ਮਨ ਦੀ ਮਾਨਸਿਕਤਾ ਨੂੰ ਹੱਲ ਕਰਨ ਵਾਲੀ ਇੱਕ ਵੱਖਰੀ ਹੀ ਸਾਈਕੋਲੋਜੀਕਲ ਕਿਰਤ ਨਿਕਲਦੀ ਹੈਗੀ ਆ ਗੀਤਾ। ਮੈਂ ਇਹਨਾਂ ਸਭ ਲੋਕਾਂ ਨੂੰ ਪੁੱਛਦਾ ਜਿਹੜੇ ਕਹਿੰਦੇ ਆ ਕਿ ਵੀ ਤੂੰ ਡਾਕਟਰ ਸਾਂਝ ਕਿਉਂ ਇਹ ਦੁੱਖ ਦੁਆਲੇ ਹੋਏ ਆ। ਜਹਾਨ ਤਾਂ ਬਹੁਤ ਸੁਖੀ ਆ, ਖਾ ਪੀ ਰਿਹਾ, ਐਸ਼ ਕਰ ਰਿਹਾ, ਕਿਹੜਾ ਦੁੱਖ? ਪਰ ਸਾਹਿਬ ਉਹ ਜਿਹੜਾ ਸੈਂਟਰ ਵਿੱਚ ਖੜਾ ਅਰਜਨ ਤੇ ਕ੍ਰਿਸ਼ਨ ਹੈ, ਉਹਦੇ ਸਾਹਮਣੇ ਵੀ ਬੜੇ ਵੱਡੇ ਗੁਰੂ ਖੜੇ ਨੇ, ਆਚਾਰੀਆ ਖੜੇ ਨੇ, ਪਤਾਮਾ ਤੋਂ ਲੈ ਕੇ ਤੇ ਵਾਰੀਅਰ ਖੜੇ ਨੇ, ਬਹੁਤ ਵੱਡੇ ਇੰਟੈਲੈਕਚੁਅਲ ਸਕਾਲਰ ਖੜੇ ਨੇ। ਤੇ ਦੂਜੇ ਪਾਸੇ ਵੀ ਯੁਧਿਸ਼ਟਰ ਤੋਂ ਵੱਡਾ ਕਿਹੜਾ ਸਕਾਲਰ ਹੋ ਸਕਦਾ? ਦੂਜੇ ਪਾਸੇ ਵੀ ਯੁਧਿਸ਼ਟਰ ਦੇ ਉਹਦੀਆਂ ਫੌਜਾਂ ਤੇ ਉਹਦੇ ਜਰਨੈਲ ਖੜੇ ਨੇ, ਉਹਦੇ ਪਾਸੇ ਵੀ ਬੜੇ ਤਕੜੇ ਸਕਾਲਰ ਨੇ। ਇਹ ਇਕੱਲਾ ਅਰਜਨ ਕਿੱਥੋਂ ਫਸ ਗਿਆ? ਇਹ ਸੋਚਣ ਦਾ ਮੈਂ ਤੁਹਾਨੂੰ ਇਹਨਾਂ ਸਭ ਲੋਕਾਂ ਨੂੰ ਸਵਾਲ ਪੁੱਟ ਕਰਦਾ ਆ ਕਿ ਲੱਖਾਂ ਦੀ ਫੌਜ ਇੱਧਰ ਖੜੀ ਆ, ਲੱਖਾਂ ਦੀ ਫੌਜ ਇੱਧਰ ਖੜੀ ਆ, ਉਹਨਾਂ ਪਾਸ ਬੜੇ ਵਿਦਵਾਨ ਨੇ, ਬੜੇ ਚਿੰਤਕ ਨੇ, ਬਹੁਤ ਕੁਛ ਹੈਗਾ ਆ। ਉਹਨਾਂ ਪਾਸ ਕਿਉਂ ਨਹੀਂ ਅਰਜਨ ਵਰਗਾ ਸੈਂਸਿਟਿਵ ਮਾਈਂਡ ਹੈ? ਉਹਨਾਂ ਪਾਸ ਕਿਉਂ ਨਹੀਂ ਅਰਜਨ ਵਰਗਾ ਇੱਕ ਇਹੋ ਜਿਹਾ ਵਿਚਾਰਵਾਨ ਇੰਟੈਲੈਕਟ ਹੈ? ਉਹ ਵੀ ਜਾ ਕੇ ਕ੍ਰਿਸ਼ਨ ਨੂੰ ਸਵਾਲ ਪੁੱਟ ਕਰ ਸਕਦੇ ਸੀਗੇ ਇਹ ਅਸੀਂ ਨਹੀਂ ਲੜਨਾ ਜੀ ਕਿ ਵੀ ਕਹਾਣੀ ਕੀ ਆ, ਕਿਸ ਦੁੱਖ ਕਰਕੇ, ਕਿਸ ਚੀਜ਼ ਕਰਕੇ ਸਾਰਾ ਕੁਝ ਹੋ ਰਿਹਾ ਹੈ। ਲੇਕਿਨ ਇਕੱਲਾ ਅਰਜਨ ਕਿਉਂ ਇਸ ਚੀਜ਼ ਤੋਂ ਪੀੜਤ ਹੋਇਆ? ਉਹ ਕਿਉਂ ਉਦਾਸ ਹੋਇਆ? ਉਹ ਇਤਨਾ ਉਦਾਸ ਹੋ ਜਾਂਦਾ ਹੈਗਾ ਆ ਕਿ ਉਹਦਾ ਗੰਢੀਵ, ਉਹਦਾ ਸਾਰਾ ਕੁਝ, ਉਹਦੀ ਬੋਡੀ ਸ਼ਿਥਲ ਹੋ ਜਾਂਦੀ ਹੈਗੀ ਆ। ਕੋਈ ਚੁੱਕ ਨਹੀਂ ਹੋ ਰਿਹਾ, ਤੀਰ ਕਮਾਨੀਆਂ ਕੋ ਚੁੱਕ ਹੋ ਰਿਹਾ। ਕਿਉਂ? ਕਿ ਉਹਦੇ ਪਾਸ ਇੱਕ ਇੰਟੈਲੈਕਟ ਹੈ, ਉਹ ਇੱਕ ਵਿਚਾਰਵਾਨ ਵਿਅਕਤੀ ਹੈ। ਉਸ ਇੰਟੈਲੈਕਟ ਦੇ ਨਾਲ ਉਸਦੇ ਪਾਸ ਇੱਕ ਪਾਰਟੀਕੂਲਰ ਟਾਈਪ ਆਫ ਸੈਂਸਿਟਿਵਿਟੀ ਹੈ, ਪਾਰਟੀਕੂਲਰ ਟਾਈਪ ਆਫ ਇਮੋਸ਼ਨੈਲਿਟੀ ਹੈ, ਇੱਕ ਇਸ ਪ੍ਰਕਾਰ ਦੀ ਉਹਦੇ ਪਾਸ ਸੰਵੇਦਨਸ਼ੀਲਤਾ ਹੈ, ਇਸ ਪ੍ਰਕਾਰ ਦਾ ਉਹ ਭਾਵਕ ਵਿਅਕਤੀ ਹੈ, ਇਸ ਪ੍ਰਕਾਰ ਦੀ ਉਹਦੇ ਪਾਸ ਤੁਸੀਂ ਨੂੰ ਕੀ ਕਹੋਗੇ ਕਿ ਵਿਵੇਕ ਹੈ। ਹਾਂ ਬਿਲਕੁਲ ਠੀਕ ਹੈ। ਕਿ ਜਿਹਦੇ ਵਿੱਚ ਉਹ ਕਹਿੰਦਾ ਵੀ ਕਿ ਇਹ ਕਿਆ ਹੈ ਇਹ? ਤੁਸੀਂ ਪਰ ਸਭ ਤੁਹਾਡਾ ਇਕੱਲਿਆਂ ਦਾ ਸਵਾਲ ਨਹੀਂ ਹੈ। ਮੈਂ ਮਾਲਟੋਨ ਪ੍ਰੈਕਟਿਸ ਕਰਦਾ ਹੁੰਦਾ ਸੀ, ਮੈਂ ਹਰਕਾਰੇ ਉੱਪਰ ਇਹੋ ਜਿਹੇ ਆਰਟੀਕਲ ਲਿਖਣੇ ਤਾਂ ਮੇਰੇ ਪਾਸ ਇੱਕ ਪਾਠਕ ਹੁੰਦਾ ਸੀਗਾ, ਉਹ ਆ ਕੇ ਇਸ ਚੀਜ਼ ਤੇ ਬਹਿਸ ਕਰਦਾ ਹੁੰਦਾ ਸੀਗਾ। ਅੱਛਾ ਕਿ ਡਾਕਟਰ ਸਾਹਿਬ ਕੀ ਤੁਸੀਂ ਦੁੱਖ ਲਾਇਆ ਹੋਇਆ ਹੈਗਾ ਆ, ਤੁਸੀਂ ਕੁਝ ਜ਼ਿਆਦਾ ਹੀ ਦੁੱਖਵਾਦੀ ਬਣ ਗਏ ਹੋ। ਤੇ ਮੈਨੂੰ ਤਾਂ ਕਹਿੰਦਾ ਮੇਰੀ ਦੁਕਾਨ ਤੇ ਆਉਂਦੇ ਨੇ ਲੋਕੀ, ਹੱਸਦੇ ਨੇ, ਹਾਂ ਹੀ ਸਾਰਾ ਬਾਜ਼ਾਰ ਸਾਡੀ ਮਾਰਕੀਟ ਮੋਸਟ ਮਾਡਰਨ ਮਾਰਕੀਟ ਹੈਗਾ। ਮੈਨੂੰ ਤਾਂ ਕੋਈ ਦੁਖੀ ਲੱਗਦਾ ਨਹੀਂ ਗਾ। ਇੱਕ ਤੁਸੀਂ ਆ 5 ਮਾਲਟੋਨ ਮਾਰਕੀਟ 'ਚ ਬੈਠੇ ਡਾਕਟਰੀ ਕਰਦੇ ਇਹ ਦੁੱਖ ਦਾ ਪ੍ਰਚਾਰ ਕਰੀ ਜਾਂਦੇ ਹੋ। ਸੱਚ ਕੌਣ ਦੁਖੀ ਆ? ਤੁਸੀਂ ਜੋ ਅੱਜ ਇਹੀ ਸਵਾਲ ਪੁੱਟ ਕੀਤਾ ਕਿ ਵੀ ਇਹ ਤਾਂ ਕੋਈ ਲੱਗਦਾ ਨਹੀਂ ਗਾ, ਸਭ ਐਸ਼ ਕਰ ਰਹੇ ਨੇ, ਤੇ ਤੁਸੀਂ ਡਾਕਟਰ ਸਾਹਿਬ ਇਹਦੇ ਦੁੱਖ ਦੀ, ਐਂਗੁਸ਼ ਦੀ ਸਾਨੂੰ ਤੁਸੀਂ ਬਣਾ ਕੇ ਸੀਰੀਅਲ ਪੇਸ਼ ਕਰ ਰਹੇ ਹੋ ਕਿ ਇਹਦੀ ਬੇਸ ਕੀ ਹੈਗੀ ਆ। ਅਰਜਨ ਇੱਕੋ ਇੱਕ ਵਿਅਕਤੀ ਹੈ ਲੱਖਾਂ ਦੀ ਭੀੜ ਦੇ ਵਿੱਚ। ਅਰਜਨ ਵਰਗੇ ਵਿਅਕਤੀ, ਵੈਸੇ ਭਾਰਤ ਸਾਹਿਬ ਆ ਜਿਹੜੀ ਸਾਡੀ 19ਵੀਂ 20ਵੀਂ ਸਦੀ ਹੈ ਨਾ, ਜਿੱਥੇ ਕੈਪੀਟਲ ਈਰਾ ਤੋਂ ਬਾਅਦ ਮਾਡਰਨ ਸਾਇੰਸ ਐਂਡ ਟੈਕਨੋਲੋਜੀ ਆਈ ਹੈਗੀ ਆ, ਐਂਡ ਮਾਡਰਨ ਸਾਈਕੋਲੋਜੀ ਨੇ ਆ ਕੇ ਇੱਕ ਇਹੋ ਜਿਹੇ ਜਮਾਤ ਨੂੰ ਜਨਮ ਦਿੱਤਾ ਜਿਹੜੇ ਕਿ ਕਿਸੇ ਸੂਰਤ ਵਿੱਚ ਵੀ ਅਰਜਨ ਤੋਂ ਘੱਟ ਨਹੀਂ ਗੇ। ਅੱਛਾ ਜੀ, ਠੀਕ। ਜਦੋਂ ਅਸੀਂ 19ਵੀਂ ਸਦੀ ਦੇ ਵਿਅਕਤੀਆਂ ਵੱਲ ਝਾਤੀ ਮਾਰਦੇ ਹਾਂ ਤਾਂ ਮੈਂ ਇੱਕ ਦਿਨ ਦੇਖ ਰਿਹਾ ਸੀਗਾ ਕਿ ਆਰਥਰ ਸ਼ੋਪਨਹਾਰ, ਜਿਹੜਾ ਕਿ ਮੇਰਾ ਖਿਆਲ ਹੈ ਕਿ 1810 ਜਾਂ 1812 ਦੀ ਪ੍ਰੋਡਕਸ਼ਨ ਹੈ, ਐਂਡ ਉਸ ਵਿਅਕਤੀ ਦਾ ਜਿਹੜਾ ਫਿਲਾਸਫੀ ਆਫ ਪੈਸਿਮਿਜ਼ਮ ਹੈ, ਜਰਮਨ ਸੀ ਉਹ। ਐਂਡ ਇਸ 19ਵੀਂ ਐਂਡ 20ਵੀਂ ਸਦੀ ਦੇ ਵਿੱਚ ਯੂਰਪ ਦੇ ਵਿੱਚ ਤੁਹਾਨੂੰ ਜਿਤਨੇ ਵੀ ਇਹ ਥਿੰਕਰ, ਸਕਾਲਰਸ,
ਜਾਂ ਇੱਕ ਬਹੁਤ ਵੱਡੀ ਜਮਾਤ ਹੈ ਅਸਤਿਤਵਵਾਦੀਆਂ ਦੀ, ਹਾਂਜੀ ਐਂਡ ਜਿਨ੍ਹਾਂ ਨੇ ਆ ਕੇ ਅਰਜਨ ਦੀ ਤਰ੍ਹਾਂ ਇਹੀ ਸਵਾਲ ਫਾਈਨਲ ਕਰਤਾ ਕਿ ਜੀਵਨ ਦੁੱਖ ਹੈ, ਐਂਡ ਉਹਨਾਂ ਪਾਸ ਕੋਈ ਉਹਨਾਂ ਨੂੰ ਕ੍ਰਿਸ਼ਨ ਨਹੀਂ ਮਿਲਿਆ ਉਹਦਾ ਜਵਾਬ ਲੱਭਣ ਵਾਸਤੇ ਕਿ ਇਸ ਦੁੱਖ ਤੋਂ ਨਿਜਾਤ ਕਿਵੇਂ ਪਾਈ ਜਾਵੇ। ਹੁਣ ਉਸ ਦੁੱਖ ਦੇ ਵਿੱਚੋਂ ਕੀ ਨਿਕਲਿਆ? ਇਤਨੀ ਵੱਡੀ ਜਮਾਤ ਨਿਕਲੀ ਸਾਈਕੈਟ੍ਰਿਸਟ ਦੀ, ਸਾਈਕੋ ਐਨਾਲਿਸਟ ਦੀ ਐਂਡ ਸਾਈਕੋਥੈਰੇਪਿਸਟ ਦੀ। ਜੀ ਮੈਂ ਇੱਥੇ ਤੁਹਾਨੂੰ ਥੋੜੀ ਬਹੁਤੀ ਸਾਈਕੋਲੋਜੀ ਦਾ ਡਿਫਰੈਂਸ ਬਿਟਵੀਨ ਵੈਸਟਰਨ ਸਾਈਕੋਲੋਜੀ ਐਂਡ ਈਸਟਰਨ ਸਾਈਕੋਲੋਜੀ ਵਿਚਕਾਰ ਥੋੜਾ ਜਿਹਾ ਡਿਫਰੈਂਸ ਪੇਸ਼ ਕਰਨੀ ਚਾਹਾਂਗਾ। ਜੀ ਜੀ जितने भी सार्तर है, कामू है, काफका है एंड होर हेडेगर है एंड इवन के कांट है, कार्ल मार्क्स भी हो गया, फ्यूरबैक हो गया, जितने भी सानू ये शापनहायर के इर्द गिर्द एक बर्ट्रैंड रसल हो गया, हाँ जी जिन्हें भी सानू ये थिंकर, वैसटर्न थिंकर एंड साइकोलॉजिस्ट एंड साइको एनालिस्ट मिलते हैं, हाँ जी ये एक चीज़ ते एम्फेसिस करते हैं कि आ मनुख मानसिक पक्षों बिमार आ, जी महाभारत का शिकार है, मन दियां ही सारियां सारियां मन दे जो द्वंद विच खड़ा मनुख तो पीड़ित हुंदा। तो उन्होंने ने एक नाम दिता कि मनुख का साइको एनालिसिस किया जाए, मनो विश्लेषण। अगर मनुख नूं तुसीं ट्रीट करना, उन्होंने साइकोथैरेपी देनी आ, ਉਹਨੂੰ ਤੁਸੀਂ ਰਸਤਾ ਦਿਖਾਉਣਾ ਆ, ਤਾਂ ਉਹਦਾ ਪਹਿਲਾਂ ਸਾਈਕੋ ਐਨਾਲਿਸਿਸ ਕਰੋ, ਮਨੋ ਵਿਸ਼ਲੇਸ਼ਣ ਕਰੋ। ਸਾਰੀ ਦੀ ਸਾਰੀ ਵੈਸਟਰਨ ਸਾਈਕੋਲੋਜੀ ਸਾਈਕੋ ਐਨਾਲਿਸਿਸ ਤੇ ਖੜੀ ਆ। ਹਾਂਜੀ ਕਿਉਂ ਕਿ ਜੋ ਮਾਈਂਡ ਹੈ, ਮਾਈਂਡ ਦੀ ਇੱਕ ਬਹੁਤ ਵੱਡਾ ਉਹਦਾ ਕਰੈਕਟਰ ਹੈ ਕਿ ਮਾਈਂਡ ਇਜ਼ ਆਲਵੇਜ਼ ਇਨ ਕਨਫਲਿਕਟ, ਡੁਅਲਿਜ਼ਮ। ਹਾਂਜੀ ਹਾਂ, ਡੁਅਲਿਟੀ 'ਚ ਡੁਅਲਿਟੀ 'ਚ ਹੈ, ਘੁੰਮੀ ਫਿਰੀ ਜਾਂਦਾ। ਦੋਵਾਂ ਦੀ ਆਪਸੀ, ਦੋ ਆਪੋਜ਼ਿਟ ਫੋਰਸਿਸ ਦੀ ਇਹ ਲੜਾਈ ਦਾ ਜੋ ਮੈਦਾਨ ਹੈ ਉਹ ਹੈ ਮਾਈਂਡ। ਤੋ ਇਹਦਾ ਉਹਨਾਂ ਨੇ ਨਾਂ ਦਿੱਤਾ ਐਨਾਲਿਸਿਸ। ਐਨਾਲਿਸਿਸ ਤੋਂ ਬਾਅਦ ਮਨੁੱਖ ਰਾਜੀ ਤਾਂ ਹੁੰਦਾ ਦੇਖਿਆ ਨਹੀਂਗਾ। ਅੱਜ ਤੱਕ ਕੋਈ ਪਾਗਲ ਦੇਖਿਆ ਰਾਜੀ ਹੁੰਦਾ? ਉਸ ਤੋਂ ਬਾਅਦ ਜਿਹੜੀ ਉਹਨੂੰ ਕੋ ਚਾਹੀਏ ਉਹ ਸਾਈਕੋਥੈਰੇਪੀ ਦਿੰਦੇ ਆ, ਜਾਂ ਕੁਝ ਨਵੀਆਂ ਹੁਣ ਸਾਈਕੈਟ੍ਰਿਕ ਮੈਡੀਸਿਨਸ ਆ ਗਈਆਂ ਨੇ, ਮੈਡੀਸਨ ਵੀ ਚੱਲਦੀਆਂ, ਸਾਈਕੋਥੈਰੇਪੀ ਵੀ ਚੱਲਦੀ ਆ, ਲੇਕਿਨ ਉਸ ਮਾਈਂਡ ਦੇ ਵਿਸ਼ਲੇਸ਼ਣ ਤੋਂ ਬਾਹਰ ਇਹਨਾਂ ਵੈਸਟਰਨ ਜਾਂ ਮਾਡਰਨ ਸਾਈਕੋਲੋਜਿਸਟ ਨੂੰ ਐਂਡ ਸਾਈਕੈਟ੍ਰਿਸਟ ਨੂੰ ਕੁਛ ਨਹੀਂ ਪਤਾ, ਨਾ ਇਹਨਾਂ ਨੂੰ ਕੋਈ ਰਸਤਾ ਦਿਸਦਾ ਆ। ਜੀ ਕੰਟਰੀ ਟੂ ਦਿਸ ਇਜ਼ ਈਸਟਰਨ ਸਾਈਕੋਲੋਜੀ। ਮੈਂ ਫਿਰ ਮੁੜ ਕੇ ਫਿਰ ਉੱਥੇ ਆਵਾਂਗਾ ਗੀਤਾ ਦੇ ਉੱਪਰ। ਹਾਂਜੀ ਭਗਵਾਨ ਸ਼੍ਰੀ ਕ੍ਰਿਸ਼ਨ ਐਵਰ ਗ੍ਰੇਟ ਸਾਈਕੋਲੋਜਿਸਟ, ਜੀ ਅਸੀਂ ਉਹਨਾਂ ਨੂੰ ਪਰਮਾਤਮਾ ਦਾ ਰੂਪ ਮੰਨਦੇ ਹਾਂ, ਹਾਂਜੀ ਐਂਡ ਗੀਤਾ ਨੂੰ ਸਿੱਖ ਧਾਰਮਿਕ ਪੁਸਤਕ ਅਧਿਆਤਮ ਦੀ ਪੁਸਤਕ ਮੰਨਦੇ ਹਾਂ। ਲੇਕਿਨ ਜਿਹੜੀ ਈਸਟਰਨ ਸਾਈਕੋਲੋਜੀ ਹੈ, ਈਸਟਰਨ ਸਾਈਕੋਲੋਜੀ ਸਾਈਕੋ ਐਨਾਲਿਸਿਸ ਤੋਂ ਨਹੀਂ ਦੌੜਦੀ। ਹਾਂਜੀ ਉਹ ਕਹਿੰਦੀ ਇਹਨੂੰ ਸਮਝੋ, ਦਵੰਦ ਨੂੰ, ਜੀਵਨ ਦੇ ਦਵੰਦ ਨੂੰ ਸਮਝੋ, ਐਂਡ ਉਹਦੇ ਦਵੰਦ ਨੂੰ ਸਮਝਾਉਣ ਵਾਸਤੇ ਈਸਟਰਨ ਸਾਈਕੋਲੋਜੀ ਨੇ ਬਹੁਤ ਗਹਿਰਾਈ ਦੇ ਵਿੱਚ ਜੋ ਸਾਇੰਸ ਪੇਸ਼ ਕੀਤੀ ਹੈਗੀ ਆ ਸਾਡੇ ਵੇਦਾਂ ਐਂਡ ਉਪਨਿਸ਼ਦਾਂ ਵਿੱਚ ਐਂਡ ਹੋਰ ਵੀ ਗ੍ਰੰਥਾਂ ਦੇ ਵਿੱਚ, ਉਹਦਾ ਮੁਕਾਬਲਾ ਕੋਈ ਨਹੀਂ ਗਾ। ਕਿਉਂ ਨਹੀਂ ਮੁਕਾਬਲਾ ਹੈ ਕਿ ਈਸਟਰਨ ਸਾਈਕੋਲੋਜੀ ਕਹਿੰਦੀ ਹੈਗੀ ਆ ਕਿ ਕੁਐਸਚਨ ਕੱਲਾ ਸਾਈਕੋ ਐਨਾਲਿਸਿਸ ਨਾਲ ਨਹੀਂ ਮਸਲਾ ਹੱਲ ਹੁੰਦਾ। ਸਾਡੀ ਈਸਟਰਨ ਸਾਈਕੋਲੋਜੀ ਮਨੁੱਖ ਦੇ ਮਾਈਂਡ ਦਾ ਟ੍ਰੀਟਮੈਂਟ ਕਰਦੀ ਹੈਗੀ ਆ, ਉਹਦਾ ਨਾਂ ਉਹਨਾਂ ਨੇ ਦਿੱਤਾ ਸਾਈਕੋ ਸਿੰਥੇਸਿਸ। ਸਾਈਕੋਸਿੰਥੇਸਿਸ ਉਹ ਵਿਸ਼ਲੇਸ਼ਣ ਸੀ। ਵਿਸ਼ੇਸ਼ ਇਨ ਐਡੀਸ਼ਨ ਟੂ ਵਿਸ਼ਲੇਸ਼ਣ ਈਸਟਰਨ ਸਾਈਕੋਲੋਜੀ, ਭਾਰਤੀ ਦਰਸ਼ਨ ਜਾਂ ਜਿਹੜਾ ਸਾਡਾ ਸਨਾਤਨ ਧਰਮ ਹੈ, ਇਹਦੀ ਜਿਹੜੀ ਸਾਈਕੋਲੋਜੀ ਹੈ ਉਹ ਕਰਦੀ ਹੈਗੀ ਆ ਸਾਈਕੋ ਸਿੰਥੇਸਿਸ ਇਨ ਐਡੀਸ਼ਨ ਟੂ ਦਾ ਸਾਈਕੋ ਐਨਾਲਿਸਿਸ। ਸਾਡੇ ਪਾਸ ਦੂਸਰਾ ਉਹਨੂੰ ਠੀਕ ਕਰਨ ਦਾ ਤਰੀਕਾ ਹੈ ਸਾਈਕੋ ਸਿੰਥੇਸਿਸ, ਮਨੋ ਸੰਸ਼ਲੇਸ਼ਣ। ਇਹ ਜੋ ਕੁਐਸਚਨ ਹੈ ਅਰਜਨ ਦਾ, ਪਹਿਲਾਂ ਤਾਂ ਮੰਗਦਾ ਸਾਈਕੋ ਐਨਾਲਿਸਿਸ, ਲੇਕਿਨ ਕ੍ਰਿਸ਼ਨ ਉਹਦੀ ਸਾਰੀ ਗੀਤਾ 'ਚ ਉਹਦਾ ਸਾਈਕੋ ਐਨਾਲਿਸਿਸ ਕਰਦੇ 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 ਕਰਦੇ
ਉਹਨੂੰ ਸਾਈਕੋਸਿੰਥੇਸਿਸ ਤੇ ਲੈ ਕੇ ਆਉਂਦੇ ਹੈਗੇ ਆ, ਉਹਨੂੰ ਉਸ ਦੁਆਰ ਤੇ ਲੈ ਆਉਂਦੇ ਹੈਗੇ ਆ ਕਿ ਇੱਥੇ ਤੇਰਾ ਇਹ ਜਿਹੜਾ ਸਮਾਧਾਨ ਹੈ ਤੇਰੀ ਇਸ ਬਿਮਾਰੀ ਦਾ, ਤੇਰੀ ਇਸ ਮਹਾਂਭਾਰਤ ਦਾ ਤੇਰਾ ਉਹ ਸਮਾਧਾਨ ਇੱਥੇ ਖੜਾ। ਤੁਸੀਂ ਬੜੇ ਹੈਰਾਨ ਹੋਵੋਗੇ ਕਿ ਭਾਰਤੀ ਦਰਸ਼ਨ ਨੇ ਇਸ ਮਨ ਦੀਆਂ ਸਾਰੀਆਂ ਮਹਾਂਭਾਰਤ ਦਾ ਜਿਹੜਾ ਸਮਾਧਾਨ ਲਫ਼ਜ਼ ਦੇ ਵਿੱਚੋਂ ਨਿਕਲੀ ਸਮਾਧੀ। ਹਾਂਜੀ, ਅੱਛਾ ਅੱਛਾ, ਹਾਂ, ਸਮਾਧੀ ਦਾ ਇਜ਼ ਮੋਡੀਫਾਈਡ ਫਾਰਮ ਆਫ ਸਮਾਧਾਨ। ਹਾਂਜੀ, Samadhi is a door to enter the path of the psychosynthesis. ਯੈਸ, ਠੀਕ ਠੀਕ। ਸੋ ਇਹ ਜਿਹੜੀ ਅਧਿਆਤਮ ਦੀ ਯਾਤਰਾ ਜਿੱਥੋਂ ਸ਼ੁਰੂ ਹੁੰਦੀ ਹੈਗੀ ਆ, ਉਹ ਉਸ ਦੌਰ ਤੋਂ ਸ਼ੁਰੂ ਹੁੰਦੀ ਹੈਗੀ ਆ, ਸਮਾਧੀ ਦੇ ਦਰਵਾਜ਼ੇ ਤੋਂ ਸ਼ੁਰੂ ਹੁੰਦੀ ਹੈਗੀ ਆ, ਕਿਉਂਕਿ ਉੱਥੋਂ ਸ਼ੁਰੂ ਹੁੰਦਾ ਸਾਈਕੋਸਿੰਥੇਸਿਸ। ਹੁਣ ਅਨਫੋਰਚੂਨੇਟਲੀ ਪਿਛਲੇ 200 ਸਾਲ ਦੇ ਵਿੱਚ ਇਸ ਪ੍ਰਕਾਰ ਦੀ ਸਾਨੂੰ ਵਿੱਦਿਆ ਦਿੱਤੀ ਗਈ, ਇਸ ਪ੍ਰਕਾਰ ਦਾ ਕਲਚਰ ਖੜਾ ਕਰ ਦਿੱਤਾ, ਇਸ ਪ੍ਰਕਾਰ ਦੀ ਸਾਇੰਸ ਐਂਡ ਟੈਕਨੋਲੋਜੀ ਸਾਨੂੰ ਦੇ ਦਿੱਤੀ ਗਈ ਕਿ ਸਾਨੂੰ ਸਾਈਕੋਸਿੰਥੇਸਿਸ ਦੇ ਨੇੜੇ ਹੀ ਨਹੀਂ ਲੱਗਣ ਦਿੱਤਾ। ਅੱਜ ਵੀ ਕੋਈ ਵਿਅਕਤੀ, ਮੈਂ ਪਿਛਲੇ ਐਪੀਸੋਡ 'ਚ ਜਿਹੜਾ ਸਰਤਾਜ ਨੇ ਰਿਕਾਰਡ ਕੀਤਾ ਸੀਗਾ ਹਰਕਾਰਾ ਟਾਈਮਜ਼ ਵਾਸਤੇ, ਹਾਂਜੀ, ਉਹਦੇ ਵਿੱਚ ਮੈਂ ਇਹਦੀ ਵਿਆਖਿਆ ਕੀਤੀ ਸੀਗੀ ਕਿ ਜਿਹੜੇ ਸਾਡੇ ਇਹ ਅਨਕੰਸ਼ੀਅਸ ਮਾਈਂਡ ਹੈ, ਜਿਹੜਾ ਕਿ ਇੱਕ ਬਹੁਤ ਹੀ ਪਾਵਰਫੁਲ ਫਿਨੋਮਨਾ ਹੈ, ਸਾਡੀ ਇਸ ਕਲਚਰ ਦੀ ਇਹੋ ਪ੍ਰਕਾਰ ਦੀ ਕੰਡੀਸ਼ਨਿੰਗ ਹੈ ਕਿ ਸਾਨੂੰ ਉਹ ਸਾਡੇ ਉਸ ਅਨਕੰਸ਼ੀਅਸ ਮਾਈਂਡ ਦੇ ਵਿੱਚੋਂ ਬਾਹਰ ਹੀ ਨਹੀਂ ਨਿਕਲਣ ਦਿੱਤਾ ਜਾਂਦਾ। ਅਜੇ ਦੇਖੋ ਅਸੀਂ ਜੋ ਵੀ ਕਰਮ ਕਰਨਾ ਅਸੀਂ ਉਹ ਕੰਸ਼ੀਅਸ ਮਾਈਂਡ ਨਾਲ ਕਰਨਾ, ਲੇਕਿਨ ਉਸ ਕੰਸ਼ੀਅਸ ਮਾਈਂਡ ਦੀ ਸਾਰੀ ਜਿਹੜੀ ਸ਼ਕਤੀ ਹੈਗੀ ਆ ਉਹ ਇੱਕੋ ਚੀਜ਼ ਤੇ ਲੱਗੀ ਹੋਈ ਹੈਗੀ ਆ ਕਿ ਅਨਕੰਸ਼ੀਅਸ ਮਾਈਂਡ ਦੀਆਂ ਇਨਸਟਿੰਕਟਸ ਨੂੰ ਅਸੀਂ ਪੂਰਾ ਕਿਵੇਂ ਕਰੀਏ। ਐਂਡ ਇਸ ਇਨਸਟਿੰਕਟ ਨੂੰ, ਇਸ ਬਿਰਤੀਆਂ ਨੂੰ ਸ਼ਾਂਤ ਕਰਨ ਵਾਸਤੇ ਜਨਮ ਦਰ ਜਨਮ ਪਤਾ ਨਹੀਂ ਕਿੰਨੇ ਜਨਮ ਲੱਗ ਜਾਂਦੇ ਹੈਗੇ ਆ, ਤਾਂ ਵੀ ਨਹੀਂ ਸ਼ਾਂਤ ਹੁੰਦੀਆਂ, ਤਾਂ ਵੀ ਨਹੀਂ ਉਹ ਸ਼ਾਂਤ ਹੁੰਦੀਆਂ ਹੈਗੀਆਂ। ਬਿਲਕੁਲ ਠੀਕ ਹੈ। ਕੀ ਕਾਰਨ ਹੋਇਆ? ਅਨਕੰਸ਼ੀਅਸਨੈਸ। ਸੋ ਆੜੀ ਹੁਣ ਮਾਡਰਨ ਇਹ ਜਿਹੜੀ ਸਟਰਗਲ ਚੱਲਦੀ ਪਈ ਹੈਗੀ ਅਨਕੰਸ਼ੀਅਸ ਮਾਈਂਡ ਦੀ, ਇਹਦੇ ਵਿੱਚੋਂ ਕਿਤਨੀਆਂ ਨਿਊਰੋ ਸਾਈਕੈਟ੍ਰਿਕ ਪ੍ਰੋਬਲਮਸ ਨਿਕਲੀਆਂ। ਹਾਂਜੀ, ਦੇਖੋ ਨਾ ਇਸ ਵੇਲੇ ਸਭ ਤੋਂ ਵੱਡੀ ਮਨੁੱਖ ਜਾਤੀ ਦੀ ਪ੍ਰੋਬਲਮ ਹੈ ਡਿਪਰੈਸ਼ਨ, ਫੀਅਰ, ਡਿਪਰੈਸ਼ਨ, ਐਂਜ਼ਾਈਟੀ, split personality, schizophrenia, and ultimately leading to suicidal tendencies. ਇਹ ਜਿਹੜੀਆਂ ਸਾਈਕੈਟ੍ਰਿਕ ਪ੍ਰੋਬਲਮਸ ਨੇ, ਇਹਨਾਂ ਦੀ ਜਿਹੜੀ ਬੁਨਿਆਦ ਹੈ ਉਹ ਇਹ ਅਨਕੰਸ਼ੀਅਸ ਮਾਈਂਡ 'ਚ ਪਈਆਂ ਹੋਈਆਂ ਬਿਰਤੀਆਂ ਨੇ। ਹੁਣ ਤੁਸੀਂ ਆਮ ਦੇਖੋ ਕਿ ਅਸੀਂ ਰੌਲਾ ਪਾਈ ਜਾਂਦੇ ਹੈਗੇ ਆ ਕਿ ਡਰੱਗ ਐਡਿਕਸ਼ਨ ਪੰਜਾਬ ਜਿਹੜਾ ਹੈਗਾ ਉਹ ਨਸ਼ੇ ਦਾ ਮੈਦਾਨ ਬਣ ਗਿਆ। ਪੰਜਾਬੀ ਕੀ ਸਾਰੀ ਦੁਨੀਆ ਦੇ ਵਿੱਚ ਹੀ, ਤੁਸੀਂ ਪਿਛਲੇ ਪੜ੍ਹਿਆ ਹੋਣਾ ਕਿੰਨੇ ਦਿਨ ਤੋਂ ਜਾ ਰਿਹਾ ਟਰੱਕ, ਉਹਦੇ ਵਿੱਚ ਕਿੰਨੇ ਅਰਬਾਂ ਡਾਲਰ ਦੀ ਉਹ ਹੀਰੋਇਨ ਪਕੜੀ ਗਈ ਹੈਗੀ ਆ, ਉਹ 7 ਪੰਜਾਬੀ ਨੇ। ਹਾਂਜੀ ਹਾਂਜੀ ਹਾਂਜੀ, ਤੋ ਕਿਆ ਹੈ ਇਹ ਡਰੱਗਸ ਦਾ ਸਾਰੇ ਦਾ ਸਾਰਾ ਬੋਲਬਾਲਾ, ਇਹ ਅਨਕੰਸ਼ੀਅਸ ਮਾਈਂਡ ਦੀਆਂ ਬਿਰਤੀਆਂ ਤੋਂ ਛੁਟਕਾਰਾ ਨਹੀਂ ਮਿਲ ਰਿਹਾ। ਇਸ ਪ੍ਰਕਾਰ ਦੀ ਮਨੁੱਖ ਦੀ ਕਲਚਰਲ ਢਾਲਣਾ ਕਰ ਦਿੱਤੀ ਗਈ ਹੈ, ਇਸ ਪ੍ਰਕਾਰ ਦੀ ਮਨੁੱਖ ਦੀ ਮੋਲਡਿੰਗ ਕਰਤੀ ਗਈ ਹੈਗੀ ਆ ਕਿ ਸਾਨੂੰ ਜ਼ਬਰਦਸਤੀ ਇਹਨਾਂ ਜਿਹੜੀਆਂ ਸਾਡੀਆਂ ਸਾਈਕੈਟ੍ਰਿਕ ਏਲਮੈਂਟਸ ਨੇ, ਜਿਨ੍ਹਾਂ ਵਿੱਚ ਅਸੀਂ ਇਹ ਮੈਂ ਨਾਂ ਜਿਹੜੇ ਹੁਣੇ ਲਏ ਨੇ, ਇਹਨਾਂ ਤੋਂ ਛੁਟਕਾਰਾ ਪਾਉਣ ਲਈ, ਔਰ ਯਾਰ ਇਹ ਤਾਂ ਵੈਸਟਰਨ 'ਚ ਹੁਣ ਆਮ ਹੋ ਗਿਆ, ਇੰਡੀਆ 'ਚ ਜਿਹੜੀ ਘੱਟ ਆਈ ਹੈਗੀ ਉਹ, ਇਹਦਾ ਯਾਰ ਤੁਸੀਂ ਇਹਦਾ ਸਾਈਕੋਐਨਾਲਿਸਿਸ ਨਹੀਂ ਕਰਾਇਆ, ਇਹਦਾ ਸਾਈਕੋਐਨਾਲਿਸਿਸ ਕਰਾ ਕੇ ਇਹਨੂੰ ਕਿਸੇ ਚੰਗੇ ਸਾਈਕੋਲੋਜਿਸਟ ਪਾਸੋਂ ਸਾਈਕੋਥੈਰੇਪੀ ਦਿਓ। ਅਸੀਂ ਆਮ ਸੁਣਦੇ ਕਿ ਨਹੀਂ ਸੁਣਦੇ। ਸਾਡੇ ਵਾਸਤੇ ਇੱਕ ਮਾਡਰਨ ਕਲਚਰ ਨੇ ਸਾਰੀ ਚੀਜ਼ ਨੇ ਇੱਦਾਂ ਬਣਾਤਾ ਕਿ ਇਹਦਾ ਸਾਈਕੋਐਨਾਲਿਸਿਸ ਐਂਡ ਸਾਈਕੋਥੈਰੇਪੀ ਐਂਡ ਦਿਸ ਸਾਈਕੈਟ੍ਰਿਕ ਮੈਡੀਸਨ ਇਹੀ ਟ੍ਰੀਟਮੈਂਟ ਆ। ਇਹ ਇਤਨਾ ਪਾਵਰਫੁਲ ਬਣਾਤਾ ਕਿ ਸਾਨੂੰ ਮੁੜ ਕੇ ਫਿਰ ਅਨਕੰਸ਼ੀਅਸ ਮਾਈਂਡ ਦੇ ਵਿੱਚ ਧੱਕ ਦਿੱਤਾ ਜਾਂਦਾ। ਕਿਉਂ ਕਿ ਜਿਸ ਚੀਜ਼ ਦਾ ਮੈਂ ਇਸ ਤੁਹਾਡੇ ਇਸ ਐਪੀਸੋਡ ਰਾਹੀਂ ਐਮਫੈਸਿਸ ਮੈਂ ਦੇ ਰਿਹਾ ਕਿ ਸਾਨੂੰ ਉਹ ਸਾਈਕੋ ਸਿੰਥੇਸਿਸ ਦਾ ਨਹੀਂ ਤੋਂ ਜਾਣੂ ਨਹੀਂ ਹੋਣ ਦਿੱਤਾ ਜਾਂਦਾ।
ਜਦੋਂ ਕਿ ਮਨੁੱਖ ਦਾ ਇਲਾਜ ਉਹ ਸਾਈਕੋਸਿੰਥੇਸਿਸ ਵਿੱਚ ਹੈ। ਹੁਣ ਤੁਸੀਂ ਧਾਤੀ ਮਾਰ ਕੇ ਆਪਣੇ ਇਸ ਮੀਡੀਆ ਰਾਹੀਂ ਜਰਾ ਵੱਖੋ ਵੱਖਰੇ ਡਾਕਟਰਾਂ ਪਾਸ ਜਾਓ ਤਾਂ ਸਹੀ। ਚਲੋ ਇੰਡੀਅਨ ਡਾਕਟਰ ਦਾ ਪ੍ਰੋਪਰ ਤਰੀਕੇ ਨਾਲ ਸਾਈਕੋ ਐਨਾਲਿਸਿਸ ਵੀ ਨਹੀਂ ਕਰਦੇ, ਐਂਡ ਸਾਈਕੋਥੈਰੇਪੀ ਤਾਂ ਇੱਕ ਪਾਸੇ ਰਹੀ, ਉਹਦਾ ਤਾਂ ਕੰਮ ਸਿਰਫ ਮੈਡੀਸਨ ਦੇਣ ਤੇ ਆ। ਅੱਧੇ ਡਾਕਟਰ ਤਾਂ ਆਪ ਹੀ ਇਸ ਪ੍ਰੋਬਲਮ ਨਾਲ ਜੂਝ ਰਹੇ ਹਨ, ਜ਼ਿਆਦਾ ਹੀ ਬਲਕਿ ਜ਼ਿਆਦਾ 5 ਮੈਡੀਸਨ ਸਵੇਰੇ, 3 ਦੁਪਹਿਰ ਨੂੰ, 5 ਰਾਤ ਨੂੰ, 15 ਗੋਲੀਆਂ ਇੱਕ ਇਹ ਸਾਈਕੈਟ੍ਰਿਕ ਟ੍ਰੀਟਮੈਂਟ ਦੇ, ਚਾਹੇ ਉਹ ਡਰੱਗ ਐਡਿਕਸ਼ਨ ਦੇ ਕੇਸ ਨੇ, ਚਾਹੇ ਸਕਿਜ਼ੋਫਰੀਨੀਆ ਦੇ, ਡਿਪਰੈਸ਼ਨ, ਡਿਪਰੈਸਿਵ ਸਾਈਕੋਸਿਸ ਦੇ ਨੇ। ਹਾਂਜੀ, ਕਿਸ ਪ੍ਰਕਾਰ ਤੋਂ ਵੀ ਉਹ ਦੁੱਖ ਤੋਂ ਨਿਜਾਤ ਪਾਉਣਾ ਚਾਹੁੰਦੇ ਨੇ, ਉਹਨਾਂ ਨੂੰ ਆਹ ਦਵਾਈਆਂ ਦਿੱਤੀਆਂ ਜਾਂਦੀਆਂ ਹੈਗੀਆਂ। ਇੰਡੀਆ ਤਾਂ ਪ੍ਰੋਪਰ ਤਰੀਕੇ ਨਾਲ ਸਾਈਕੋਥੈਰੇਪੀ ਵੀ ਨਹੀਂ ਹੁੰਦੀ, ਸਾਈਕੋ ਐਨਾਲਿਸਿਸ ਵੀ ਨਹੀਂ ਹੁੰਦਾ। ਸਾਡੇ ਪਾਸ ਤਾਂ ਮਰੀਜ਼ ਨੂੰ ਦਵਾਈਆਂ ਖਿਲਾ ਕੇ ਸੁਲਾ ਦਿਓ ਐਂਡ ਇਹਦਾ ਜੀਵਨ ਬਰਬਾਦ ਕਰ ਦਿਓ। ਡਾਕਟਰ ਸਾਹਿਬ ਮੈਂ ਥੋੜ੍ਹਾ ਜਿਹਾ ਜੇ ਮਾਡਰਨ ਕੰਟੈਕਸਟ ਵਿੱਚ ਜਿਹੜਾ ਅਸੀਂ ਵੀ ਜਿਵੇਂ ਐਪਰੈਂਟਲੀ ਬਾਹਰ ਲੋਕੀ ਬੜੇ ਖੁਸ਼ ਤੇ ਈਜ਼ੀ ਗੋਇੰਗ ਲੱਗਦੇ ਹੈਗੇ, ਪਰ ਅੰਦਰੋਂ ਜੇ ਤੁਸੀਂ ਕਿਸੇ ਨੂੰ ਐਨਾਲਾਈਜ਼ ਕਰੋ ਤਾਂ ਉਹ ਅੰਦਰੋਂ ਵਨ ਵੇ ਔਰ ਦੀ ਅਦਰ ਬੜਾ ਹੀ ਦੁਖੀ ਆ। ਇਹਦਾ ਤੇ ਕਿਵੇਂ ਉਹਨੂੰ ਅਵੇਅਰਨੈਸ ਹੋਵੇ? ਦੇਖੋ, ਮੈਂ ਫਿਰ ਤੁਸੀਂ ਕਹਿਣਾ ਕਿ ਇਹ ਕਿਸ ਪਾਸੇ ਦੀ ਗੱਲ ਕਰਨਾ ਪਿਆ। ਹਾਂਜੀ, ਆ ਜਿਹੜਾ ਸਾਈਕੋਸਿੰਥੇਸਿਸ ਹੈ, ਹਾਂਜੀ, ਭਗਵਾਨ ਸ਼੍ਰੀ ਕ੍ਰਿਸ਼ਨ ਐਂਡ ਗੀਤਾ ਦੀ ਜਿਹੜੀ ਮੈਂ ਗੱਲ ਮੈਂਸ਼ਨ ਕੀਤੀ ਹੈਗੀ ਆ, ਇਹ ਸਾਈਕੋਸਿੰਥੇਸਿਸ ਆਧਾਰ ਹੈ ਇਹਨਾਂ ਸਾਰੀਆਂ ਸਮੱਸਿਆਵਾਂ ਦਾ। ਐਂਡ ਸਾਈਕੋਸਿੰਥੇਸਿਸ ਕਿੱਥੋਂ ਨਿਕਲਦਾ? ਭਾਰਤੀ ਦਰਸ਼ਨ ਚੋਂ, ਸਨਾਤਨ ਧਰਮ ਵਿੱਚੋਂ, ਈਸਟਰਨ ਸਾਈਕੋਲੋਜੀ ਵਿੱਚੋਂ। ਹੁਣ ਦੇਖੋ ਨਾ ਕਿ ਜੇ ਧਿਆਨ ਦੇ ਨਾਲ ਥੋੜਾ ਜਿਹਾ ਅਸੀਂ ਗਹਿਰਾਈ ਵੀ ਜਾਈਏ ਤਾਂ ਗੀਤਾ ਤੋਂ ਜ਼ਬਰਦਸਤ ਜਾਂ ਵੱਡੀ ਸਾਈਕੋਲੋਜੀਕਲ ਗ੍ਰੰਥ ਕੋਈ ਨਹੀਂ ਹੋ ਸਕਦਾ। ਬਿਲਕੁਲ ਠੀਕ ਹੈ। ਇੱਕ ਐਡਾ ਜ਼ਬਰਦਸਤ ਸਾਈਕੋ ਐਨਾਲਿਸਿਸ ਹੈ ਐਂਡ ਸਾਈਕੋਸਿੰਥੇਸਿਸ ਹੈ। ਦਿਸ ਇਜ਼ ਦਾ ਓਨਲੀ ਬੁੱਕ, ਓਨਲੀ ਗ੍ਰੰਥ ਜਿਹੜਾ ਉਹ ਸਾਰੀ ਚੀਜ਼ ਜਿਹੜੀ ਤੁਸੀਂ ਗੱਲ ਆਖ ਰਹੇ ਹੋ, ਇਹ ਜਿਹੜਾ ਵੀ ਵਿਅਕਤੀ ਇਹ ਸੋਚਦਾ ਅੱਗੇ ਵੀ ਕਿ ਮੈਂ ਦੁਖੀ ਹਾਂ, ਉਹ ਅਰਜਨ ਆ। ਅਰਜਨ ਇੱਕ ਵਿਚਾਰਵਾਨ ਵਿਅਕਤੀ ਆ। ਹੁਣ ਕਹਾਣੀ ਕਿੱਥੇ ਕਾ ਕੇ ਖੜਦੀ ਹੈਗੀ ਆ ਕਿ ਜੇ ਬਹੁਤੇ ਲੋਕਾਂ ਨੂੰ ਜਿਨ੍ਹਾਂ ਨੂੰ ਦੁੱਖ ਨਹੀਂ ਮਹਿਸੂਸ ਹੁੰਦਾ, ਉਹ ਵਿਚਾਰਹੀਣ ਨੇ। ਉਹ ਅੱਛਾ, ਜਿਹੜੇ ਦੁੱਖ ਨਹੀਂ ਫੀਲ ਕਰਦੇ ਇਹਦਾ ਮਤਲਬ ਵਿਚਾਰਹੀਣ ਹੈ। ਵਿਚਾਰਹੀਣ ਜੜ ਬੁੱਧੀ ਹੈ। ਸਮਝ ਗਏ। ਅਨਫੋਰਚੂਨੇਟਲੀ ਜਿਹੜੇ ਕਿ 5% ਵਿਚਾਰਵਾਨ, ਜਿਨ੍ਹਾਂ ਨੂੰ ਅਸੀਂ ਇੰਟੈਲੈਕਚੁਅਲਸ ਕਹਿੰਦੇ, ਇੰਟੈਲੈਕਚੁਅਲਸ ਆਫ ਦਾ ਸੋਸਾਇਟੀ ਵੀ ਕਹਿੰਦੇ ਹੈਗੇ, ਉਹਨਾਂ 'ਚ ਕੋਮਲ ਕਲਾਕਾਰ ਵੀ ਹਨ। ਮੈਂ ਪਿਛਲੀ ਵਾਰ ਵੀ ਇਸ ਚੀਜ਼ ਨੂੰ ਮੈਂਸ਼ਨ ਕੀਤਾ ਸੀਗਾ। ਉਹ ਵੀ ਲੋਕ ਅੰਡਰ ਦਾ ਇਨਫਲੂਐਂਸ ਆਫ ਦਿਸ ਪਰਸਨਲ ਕੰਡੀਸ਼ਨਿੰਗ, ਉਹ ਵੀ ਮਨ ਦੇ ਇਸ ਦਵੰਦ ਤੋਂ, ਇਸ ਸ਼ਬਦ ਤੋਂ, ਇਸ ਵਿਚਾਰ ਤੋਂ ਪਾਰ ਜਾਣ ਦਾ ਰਸਤਾ ਹੀ ਨਹੀਂ ਇਖਤਿਆਰ ਕਰਦੇ। ਤੁਸੀਂ ਮੈਨੂੰ ਭਾਰਤ ਸਾਹਿਬ ਆਪਣੇ ਇਸ ਚੈਨਲ ਰਾਹੀਂ ਵੱਖੋ ਵੱਖਰੇ ਰਾਈਟਰਸ ਦੀ ਇੰਟਰਵਿਊ ਲਓ। ਹਾਂਜੀ, ਤੇ ਮੈਨੂੰ ਪਤਾ ਕਰਕੇ ਦੱਸਿਓ ਕਿ ਹਿੰਦੁਸਤਾਨ ਦੇ ਕਿੰਨੇ ਕੁ ਰਾਈਟਰ ਜਿਹੜੇ ਨੇ, ਚਾਹੇ ਕਵੀ ਨੇ, ਚਾਹੇ ਕਹਾਣੀਕਾਰ ਨੇ, ਚਾਹੇ ਉਹ ਨਾਵਲਕਾਰ ਨੇ, ਚਾਹੇ ਵੱਡੇ ਵੱਡੇ ਉਹ ਨੋਨ ਰਾਈਟਰਸ ਨੇ, ਸਾਹਿਤ ਅਕਾਦਮੀ ਅਵਾਰਡ ਵਿਨਰ ਰਾਈਟਰ ਨੇ, ਇੰਟਰਨੈਸ਼ਨਲ ਅਵਾਰਡ ਵਿਨਰ ਰਾਈਟਰਸ ਨੇ, ਕਿੰਨੇ ਕੁ ਲੋਕਾਂ ਨੇ ਜੀਵਨ ਦੇ ਵਿੱਚ ਸਾਈਕੋਸਿੰਥੇਸਿਸ ਨੂੰ ਅਡਾਪਟ ਕਰਕੇ ਇਸ ਮਨ ਤੋਂ, ਇਸ ਸ਼ਬਦ ਤੋਂ, ਇਸ ਮਾਈਂਡ ਤੋਂ ਪਾਰ ਜਾ ਕੇ ਨਿਰਵਿਚਾਰ ਹੋਣ ਦੀ ਕੋਸ਼ਿਸ਼ ਕੀਤੀ ਹੋਵੇ। ਵਿਚਾਰ ਦੇ 3 ਤਾਲ ਨੇ, ਸਮਝੇ। ਵਿਚਾਰਹੀਣ, ਵਿਚਾਰਵਾਨ ਤੇ ਨਿਰਵਿਚਾਰ। ਵਿਚਾਰਹੀਣ ਹੈ ਬੱਚਾ, ਵਿਚਾਰਵਾਨ ਹੈ ਜਿਹਦੇ ਪਾਸ ਅਰਜਨ ਦੀ ਤਰ੍ਹਾਂ ਇੰਟੈਲੈਕਟ ਹੈ, ਨਿਰਵਿਚਾਰ ਹੈ ਜਿਹਨੇ ਸਿੰਥੇਸਿਸ ਕਰ ਲਿਆ ਐਂਡ ਬੁੱਧ ਪੁਰਸ਼ ਬਣ ਗਿਆ, ਇਲੈਕਟ੍ਰਨ ਵਿਅਕਤੀ ਹੋ ਗਿਆ, ਅਵੇਕਨ ਹੋ ਗਿਆ, ਅਵੇਅਰ ਹੋ ਗਿਆ, ਉਹ ਹੈ ਨਿਰਵਿਚਾਰ। ਕਿੰਨੇ ਕੁ ਲੋਕ ਨੇ, ਕਿੰਨੇ ਕੁ ਹਿੰਦੁਸਤਾਨ ਦੇ ਇੰਟੈਲੈਕਚੁਅਲਸ ਨੇ, ਰਾਈਟਰਸ ਨੇ ਪਿਛਲੇ 200 ਸਾਲ ਦਾ ਸਭ, ਹੁਣ ਹੀ ਲੈ ਲਓ ਤੁਸੀਂ, ਚੰਦ ਕੁ ਮਿਲਣਗੇ ਰਵਿੰਦਰਨਾਥ ਟੈਗੋਰ ਵਰਗੇ, ਜਾਂ ਸਵਾਮੀ ਰਾਮ ਤੀਰਥ ਵਰਗੇ, ਬਹੁਤ ਹਨ, ਜਾਂ ਵਿਵੇਕਾਨੰਦ ਵਰਗੇ। ਚੰਦ ਕੁ ਲੋਕ ਤੁਹਾਨੂੰ ਇਸ ਜੇ ਮਿਲਣਗੇ ਜਿਨ੍ਹਾਂ ਨੇ ਕਿ ਇਤਨਾ ਸਹਿਜ ਦੇ ਨਾਲ ਨਾਲ ਉਹ ਨਿਰਵਿਚਾਰ ਅਵਸਥਾ 'ਚ ਪ੍ਰਵੇਸ਼ ਕੀਤੇ। ਇਹ ਇਕੱਲੇ ਬੁੱਧੀਹੀਣ ਵਿਅਕਤੀਆਂ ਦੀ ਗੱਲਬਾਤ ਨਹੀਂ। ਪ੍ਰੋਬਲਮ ਇਜ਼ ਵਿਦ ਅਰਜਨ। ਹਿੰਦੁਸਤਾਨ ਉਹਨਾਂ ਅਰਜਨਾਂ ਨੂੰ ਸਿੰਥੇਸਿਸ 'ਚ ਪਾ ਕੇ ਉਹਨਾਂ ਦਾ ਇਲਾਜ ਕਰਦਾ, ਉਹਨਾਂ ਨੂੰ ਰਸਤਾ ਦਿੰਦਾ ਕਿ ਚਲੋ ਅੱਗੇ। ਹਾਂਜੀ, ਹਾਂ, ਠੀਕ ਹੈ, ਠੀਕ ਹੈ। ਲੇਕਿਨ ਹੁਣ ਜਦੋਂ ਮੈਂ ਗੱਲ ਕਹਾਂਗਾ ਕਿ ਪਹਿਲਾਂ ਮਹਿਸੂਸ ਤੱਕ ਭਗਵਾਨ ਬੁੱਧ ਜੋ ਕਹਿੰਦੇ ਨੇ ਕਿ ਵੀ